हाँ जी, सत श्री अकाल सारिਆਂ ਨੂੰ। ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਜਿਹੜਾ ਪੰਜਾਬ ਪੀਸੀਐਸ ਦਾ ਐਗਜ਼ਾਮ ਹੈ ਉਹ 7 ਦਸੰਬਰ ਨੂੰ ਹੋਣ ਵਾਲਾ ਹੈ ਤੇ ਅੱਜ ਪੂਰੇ 30 ਦਿਨ ਰਹਿ ਗਏ ਆ। 30ਵੇਂ ਦਿਨ ਸਾਡਾ ਐਗਜ਼ਾਮ ਹੈ ਤੇ ਬਹੁਤ ਸਾਰੇ ਐਸਪੀਰੈਂਟਸ ਨੇ ਐਗਜ਼ਾਮ ਭਰਿਆ ਹੋਇਆ ਕਿਉਂਕਿ ਸੀਟਾਂ ਵੀ ਬਹੁਤ ਜ਼ਿਆਦਾ ਨੇ। 5 ਸਾਲਾਂ ਬਾਅਦ ਐਗਜ਼ਾਮ ਆਇਆ ਤੇ ਬਹੁਤ ਸਾਰੇ ਕੈਂਡੀਡੇਟਸ ਉਹ ਵੀ ਹੋਣਗੇ ਜਿਨ੍ਹਾਂ ਨੇ ਸਾਰਾ ਸਾਲ ਮਿਹਨਤ ਕੀਤੀ ਆ, 5-5 ਸਾਲ ਵੀ ਮਿਹਨਤ ਕੀਤੀ ਹੈ, ਉਹ ਵੀ ਇਸ ਐਗਜ਼ਾਮ ਦੀ ਵੇਟ 'ਚ ਬੈਠੇ ਆ ਤੇ ਉਹ ਵੀ ਕੈਂਡੀਡੇਟਸ ਹੈਗੇ ਜਿਨ੍ਹਾਂ ਨੇ ਰਿਵੀਜ਼ਨ ਕਰਨੀ ਆ ਤੇ ਜਿਨ੍ਹਾਂ ਨੂੰ ਐਂਜ਼ਾਈਟੀ ਹੋ ਰਹੀ ਹੈ ਕਿ ਯਾਰ 30 ਦਿਨ ਰਹਿ ਗਏ, ਮਹੀਨਾ ਰਹਿ ਗਿਆ, ਹੁਣ ਅਸੀਂ ਕਿੱਦਾਂ ਅਪਰੋਚ ਕਰੀਏ। ਕਿ ਕਿਸੇ ਨੂੰ ਤਾਂ ਲੱਗਦਾ ਯਾਰ ਅਟੈਂਪਟ ਹੀ ਨਾ ਦਿਓ, ਹੈ ਨਾ, ਕਈਆਂ ਨੂੰ ਲੱਗਦਾ ਕੁਛ ਲੱਗਦਾ, ਕਈਆਂ ਨੂੰ ਕੁਛ ਲੱਗਦਾ ਆ। ਠੀਕ ਹੈ, ਤਾਂ ਅੱਜ ਆਪਾਂ ਉਹੀ ਡਿਸਕਸ ਕਰਾਂਗੇ ਕਿ ਆਪਾਂ 30 ਦਿਨਾਂ ਦੇ ਵਿੱਚ ਕਿੱਦਾਂ ਆਪਣੀ ਤਿਆਰੀ ਨੂੰ ਜਿਹੜਾ ਪਲਾਨ ਕਰ ਸਕਦੇ ਆ, ਰਿਵੀਜ਼ਨ ਆਪਾਂ ਕਿੱਦਾਂ ਕਰ ਸਕਦੇ ਆ, ਸਾਡੀ ਸਟ੍ਰੈਟਜੀ ਕੀ ਹੋਣੀ ਚਾਹੀਦੀ ਆ। ਤੇ ਮੈਂ ਅਗਰ ਆਪਣੇ ਬਾਰੇ ਦੱਸਾਂ ਤੇ ਮੈਂ ਡਾਕਟਰ ਮਨਿੰਦਰ, ਠੀਕ ਹੈ, ਡਾਕਟਰ ਮਨਿੰਦਰ ਕਈ ਬਹੁਤ ਸਾਰੇ ਲੋਕ ਜਾਣਦੇ ਹੋਣਗੇ। ਮੈਂ ਪਹਿਲਾਂ ਕਿਸੇ ਚੈਨਲ ਨਾਲ ਐਸੋਸੀਏਟਡ ਸੀਗੀ ਤੇ ਸਾਰਾ ਸਾਲ ਆਪਾਂ ਨਿਊਜ਼ਪੇਪਰ ਐਨਾਲਿਸਿਸ ਵੀ ਲਗਾਇਆ, ਬਹੁਤ ਸਾਰੇ ਬੱਚੇ ਮੇਰੇ ਨਾਲ ਜੁੜੇ ਹੋਏ ਹੈ। ਤੇ ਅੱਜ ਮੈਂ ਸਪੈਸੀਫਿਕਲੀ ਨਿਊ ਆਪਾਂ ਚੈਨਲ ਤੇ ਮਿਲ ਰਹੇ ਹਾਂ ਤੇ ਇਹਦਾ ਇੱਕ ਸਪੈਸੀਫਿਕ ਕਾਰਨ ਇਹ ਹੈ ਕਿ ਆਪਾਂ ਜਿਹੜੇ ਸਾਰਾ ਸਾਲ ਕਰੰਟ ਅਫੇਅਰ ਪੜ੍ਹੇ ਆ, ਨਿਊਜ਼ਪੇਪਰ ਦਾ ਹਿੰਦੂ ਰੋਜ਼ ਪੜ੍ਹਿਆ ਆਪਾਂ, ਤਾਂ ਉਹਦਾ ਜਿਹੜਾ 1 ਈਅਰ ਦਾ ਜਿਹੜਾ ਕਰਕਸ ਹੈ ਉਹ ਮੈਂ ਹੁਣ ਕਰਵਾਉਣ ਵਾਲੀ ਹਾਂ ਤੁਹਾਨੂੰ। ਬਹੁਤ ਸਾਰੇ ਬੱਚੇ ਆ ਆਲਰੇਡੀ ਉਹਨਾਂ ਨੇ ਪੜ੍ਹ ਚੁੱਕੇ ਆ ਕਿਉਂਕਿ ਜੈਸੇ ਵਿਜ਼ਨ ਆਈਐਸ ਦੀ ਜੇ ਮੈਂ ਗੱਲ ਕਰਾਂ, ਉਹੀ ਅੱਜ ਕੱਲ੍ਹ ਸਭ ਕੁਛ ਚੱਲਦਾ, ਸਾਰਿਆਂ ਨੂੰ ਉਸ ਬਾਰੇ ਪਤਾ, ਉਹ ਸਾਰਾ ਕੰਟੈਂਟ ਪੜ੍ਹਦਾ ਹੈ ਲੇਕਿਨ ਬਹੁਤ ਲੈਂਥੀ ਹੋ ਜਾਂਦਾ ਹੈ। ਹੋਰ ਵੀ ਬਹੁਤ ਸਾਰੇ ਇੰਸਟੀਟਿਊਟ ਆ ਜਿਨ੍ਹਾਂ ਦਾ ਕੰਟੈਂਟ ਹੈਗਾ ਹੈ ਨਾ, ਅੱਛਾ ਕੰਟੈਂਟ ਹੁੰਦਾ ਹੈ ਲੇਕਿਨ ਲੈਂਥੀ ਹੋ ਜਾਂਦਾ ਹੈ। ਉਹ ਚੀਜ਼ ਦੇ ਵਿੱਚੋਂ ਰੈਲੇਵੈਂਸ ਜਿਹੜੀ ਹੁੰਦੀ ਹੈ ਐਗਜ਼ਾਮ ਦੇ ਰਿਗਾਰਡਿੰਗ ਲੱਭਣੀ ਥੋੜੀ ਔਖੀ ਹੋ ਜਾਂਦੀ ਜੇ ਤੁਸੀਂ ਅਖਬਾਰ ਰੋਜ਼ ਨਹੀਂ ਪੜ੍ਹਿਆ ਹੈਗਾ, ਹੈ ਨਾ। ਤੇ ਇਸ ਕਰਕੇ ਮੈਂ ਸਾਰਾ ਸਾਲ ਅਖਬਾਰ ਪੜ੍ਹਿਆ, ਮੈਨੂੰ ਪਤਾ ਵਿਚ ਇਜ਼ ਰੈਲੇਵੈਂਟ ਵਿਚ ਇਜ਼ ਨਾਟ ਰੈਲੇਵੈਂਟ। ਤਾਂ ਉਹ ਮੈਂ ਤੁਹਾਡਾ ਜਿਹੜਾ ਇੱਕ ਕਹਿੰਦੇ ਨਾ ਇੱਕ ਫੋਬੀਆ ਹੈ ਉਹਨੂੰ ਕੱਟ ਕਰਨ ਦੇ ਲਈ ਆਈ ਹਾਂ। ਤੁਸੀਂ ਬਹੁਤ ਸਾਰੇ ਆਲਰੇਡੀ ਇੰਸਟੀਟਿਊਟ ਨੇ ਵੀ ਅਪਲੋਡ ਕੀਤੀਆਂ ਹੋਈਆਂ ਨੇ ਕਰੰਟ ਅਫੇਅਰ, ਉਹ ਵੀ ਬੱਚੇ ਜਿਨ੍ਹਾਂ ਨੇ ਪੂਰੀ ਤਿਆਰ ਕਰ ਰੱਖਿਆ, ਪਰ ਫਿਰ ਵੀ ਮੈਂ ਕਹਾਂਗੀ ਕਿ ਜਿਹੜਾ ਕੰਟੈਂਟ ਹੈ ਬਹੁਤ ਅੱਛਾ ਰਹਿਣ ਵਾਲਾ ਕਿਉਂਕਿ ਮੇਰਾ ਖੁਦ ਦਾ ਆਪਣੀ ਐਫਰਟਸ ਡਾਲੀ ਆ ਮੈਂ ਇਹਦੇ ਵਿੱਚ। ਤੇ ਉਹਦੇ ਵਿੱਚੋਂ ਜਿਹੜੇ ਮੰਥ ਦੇ MCQs ਜਾਂ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਇੰਪੋਰਟੈਂਟ ਨੇ, ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਮੈਂ ਉਹ ਤੁਹਾਨੂੰ ਕਰਾਉਣ ਵਾਲੀ ਹਾਂ। ਠੀਕ ਹੈ, ਉਹ ਮੈਂ ਅੱਗੇ ਦੱਸਾਂਗੀ ਮੈਂ ਕਿਵੇਂ ਇਹ ਸੈਸ਼ਨ ਲੈਣ ਵਾਲੀ ਹਾਂ। ਤਾਂ ਇਸ ਕਰਕੇ ਬਿਲਕੁਲ ਟੈਨਸ਼ਨ ਫਰੀ ਹੋ ਜਾਓ ਜਿਨ੍ਹਾਂ ਨੇ ਕਰੰਟ ਅਫੇਅਰ ਨਹੀਂ ਪੜ੍ਹਿਆ ਹੈਗਾ, ਹੈ ਨਾ। ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬ ਪੀਸੀਐਸ ਦੇ ਕਰੰਟ ਅਫੇਅਰ ਤੋਂ ਬਿਨਾਂ ਵਾਲਾ ਸੈਕਸ਼ਨ ਅਸੀਂ ਕਿੱਦਾਂ ਰਿਵਾਈਜ਼ ਕਰੀਏ, ਕਿੱਦਾਂ ਅਸੀਂ ਪਲਾਨ ਕਰ ਸਕਦੇ ਹਾਂ। ਬਹੁਤ ਸਾਰੇ PDFs ਆਉਂਦੀਆਂ ਨੇ, YouTube ਤੇ ਬਹੁਤ ਕੁਛ ਆਉਂਦਾ ਹੈ ਵੀ ਆਹ ਪੜ੍ਹ ਲਓ, ਹੈ ਨਾ। ਸੈਲਫ ਸਟੱਡੀ ਨੂੰ ਮਨ ਨਹੀਂ ਕਰਦਾ ਕਿਉਂਕਿ ਜੇ ਸੈਲਫ ਸਟੱਡੀ ਕਰਦੇ ਸਾਡਾ ਟਾਈਮ ਬਹੁਤ ਵੇਸਟ ਹੁੰਦਾ ਹੈ ਕਿ ਕਿਤਾਬ ਨੂੰ ਅਸੀਂ ਲੈ ਕੇ ਬੈਠੇ ਰਹਿੰਦੇ, ਤਾਂ ਸਾਨੂੰ ਕਿੱਦਾਂ ਪਲਾਨ ਆਊਟ ਕਰੀਏ ਅਸੀਂ, ਹੈ ਨਾ। ਤਾਂ ਉਹੀ ਗੱਲ ਹੈ, ਜਿਹੜਾ ਪੰਜਾਬ ਪੀਸੀਐਸ ਜੇ ਮੈਂ ਗੱਲ ਕਰਦੀ ਹਾਂ ਤਾਂ ਸਭ ਤੋਂ ਪਹਿਲਾਂ ਵੱਡੀ ਹੈ ਕਿ ਅਸੀਂ PDF ਕਲੈਕਟਰ ਨਹੀਂ ਬਣਨਾ ਹੈਗਾ। ਆਪਣਾ ਉਹ ਬੰਦਾ ਇਹਦੇ ਵਿੱਚ ਸਕਸੈਸਫੁਲ ਆ, ਉਹ ਕੈਂਡੀਡੇਟ ਸਕਸੈਸਫੁਲ ਆ ਜਿਹਨੂੰ ਪਤਾ ਹੈ ਕਿ ਬਈ ਮੈਂ ਕਿੰਨਾ ਪੜ੍ਹਨਾ ਹੈ, ਕਿੱਥੋਂ ਪੜ੍ਹਨਾ, ਤੇ ਬਸ ਇਹਨੂੰ ਮੈਂ ਰਿਵਾਈਜ਼ ਕਰਨਾ ਹੈ। ਲਿਮਿਟ ਹੋਣੀ ਚਾਹੀਦੀ ਹੈ ਉਸ ਚੀਜ਼ ਦੀ। ਨਹੀਂ ਸਾਨੂੰ ਲੱਗਦਾ ਆਹ ਵੀ ਪੜ੍ਹ ਲਓ, ਐਦਾਂ ਐਗਜ਼ਾਮ ਕਲੀਅਰ ਨਹੀਂ ਹੁੰਦਾ ਹੈਗਾ। ਇਹ ਐਗਜ਼ਾਮ ਨੂੰ ਜੇ ਅਸੀਂ ਇੱਕ ਜਗ੍ਹਾ ਤੋਂ ਉੱਥੇ ਫਿਰ ਵਿਸ਼ਵਾਸ ਵੀ ਰੱਖੋ, ਉੱਥੋਂ ਪੜ੍ਹੋ, ਵਾਰ-ਵਾਰ ਪੜ੍ਹੋ ਜੋ ਤੁਹਾਨੂੰ ਚੰਗਾ ਲੱਗਦਾ ਹੈ ਨਾ। ਤੇ ਇਸ ਕਰਕੇ ਅਸੀਂ PDF ਕਲੈਕਟਰ ਨਹੀਂ ਬਣਨਾ ਹੈਗਾ, ਅਸੀਂ ਡਿਸਟ੍ਰਿਕਟ ਕਲੈਕਟਰ बनना हैगा। ठीक है, ਅਸੀਂ SDM बनना हैगा। ਤਾਂ ਇਸ ਕਰਕੇ ਇਹ ਚੀਜ਼ਾਂ ਦਾ ਧਿਆਨ ਰੱਖੋ। ਦੂਜੀ ਸਾਨੂੰ ਐਂਜ਼ਾਈਟੀ ਹੋ ਰਹੀ ਹੈ ਇਸ ਸਮੇਂ, ਸਾਨੂੰ ਫੋਬੀਆ ਫੀਲ ਹੋ ਰਿਹਾ, ਫੀਅਰ ਲੱਗ ਰਿਹਾ, ਡਰ ਲੱਗ ਰਿਹਾ। ਤਾਂ ਸਭ ਤੋਂ ਪਹਿਲਾਂ ਆਪਣੇ ਦਿਮਾਗ ਵਿੱਚੋਂ ਕੱਢ ਦਿਓ ਕਿ ਦਿਸ ਇਜ਼ ਜਸਟ ਐਨ ਐਗਜ਼ਾਮ, ਦਿਸ ਇਜ਼ ਨਾਟ ਯੋਰ ਲਾਈਫ। ਇਹ ਇੱਕ ਪਾਰਟ ਹੈ ਤੁਹਾਡੇ ਲਾਈਫ ਦਾ ਤੇ ਐਫਰਟਸ ਲਗਾਓ, ਰਾਈਟ ਡਾਇਰੈਕਸ਼ਨ ਵਿੱਚ ਐਫਰਟ ਲਗਾਓ ਤਾਂ ਐਗਜ਼ਾਮ ਹੋਏਗਾ। ਜੇ ਇਹ ਨਹੀਂ ਹੋਏਗਾ ਤਾਂ ਅੱਗੇ UPSC ਆ, ਇਹਦੇ ਵਿੱਚ ਤਾਂ ਹੋਰ ਵੀ ਪੰਜਾਬ 'ਚ ਬਹੁਤ ਸਾਰੀਆਂ ਓਪਰਚੁਨਿਟੀ ਨੇ। ਹਰ ਇੱਕ ਚੀਜ਼ ਦੇ ਵਿੱਚ ਜਿਹੜੀ ਤੁਹਾਡੀ ਨੌਲੇਜ ਹੈ ਉਹ ਕੰਮ ਹੀ ਆਏਗੀ ਕਿਉਂਕਿ ਜਨਰਲ ਨੌਲੇਜ ਹੈ, ਕਰੰਟ ਅਫੇਅਰ ਹੈ, ਹਰ ਜਗ੍ਹਾ ਤੁਹਾਡਾ ਅਪਲਾਈ ਹੋਏਗਾ ਹੀ ਹੋਏਗਾ। ਇਸ ਕਰਕੇ ਇਸ ਚੀਜ਼ ਦੇ ਨਾਲ ਆਪਣੇ ਜਿਹੜਾ ਦਿਮਾਗ ਹੈ ਉਹਨੂੰ ਥੋੜਾ ਜਿਹਾ ਸ਼ਾਂਤ ਰੱਖੋ ਤੁਸੀਂ। ਠੀਕ ਹੈ, ਇਸ ਕਰਕੇ ਓਨੈਸਟ ਹਾਰਡ ਵਰਕ ਹੋ ਗਿਆ, ਰਾਈਟ ਐਫਰਟ ਹੋਗੀ, ਉਹ ਬਹੁਤ ਉਹਦੇ ਨਾਲ ਰਿਜ਼ਲਟ ਆਉਂਦਾ ਹੀ ਆਉਂਦਾ। ਠੀਕ ਹੈ, ਤਾਂ ਹੁਣ 30 ਡੇਜ਼ ਹੈਗੇ ਆ। ਉਹ ਸਾਰੇ ਕੈਂਡੀਡੇਟ ਜਿਹੜੇ ਆਲਰੇਡੀ ਪੜ੍ਹ ਚੁੱਕੇ ਆ, ਜਿਨ੍ਹਾਂ ਨੇ ਆਪਣਾ ਪਲਾਨ ਖੁਦ ਵੀ ਬਣਾ ਰਿਹਾ ਹੁੰਦਾ ਕਿਉਂਕਿ ਹਰ ਇੱਕ ਟੌਪਰ ਦੀ ਆਪਣੀ ਇੱਕ ਅਲੱਗ ਸਟ੍ਰੈਟਜੀ ਹੁੰਦੀ ਹੈ। ਕਹਿੰਦੇ ਨਾ ਜਿੰਨੇ ਟੌਪਰਸ ਆ ਉਨੀਆਂ ਹੀ ਸਟ੍ਰੈਟਜੀਜ਼ ਹੁੰਦੀਆਂ ਨੇ, ਹੈ ਨਾ। ਤਾਂ ਆਪਣੀ ਸਟ੍ਰੈਟਜੀ ਨਾਲ ਉਹਨਾਂ ਨੇ ਵੀ ਆਪਣਾ ਪਲਾਨ ਬਣਾ ਲਿਆ ਹੋਣਾ, ਪਰ ਬਹੁਤ ਸਾਰੇ ਕੈਂਡੀਡੇਟ ਨਹੀਂ ਵੀ ਬਣਾ ਪਾਉਂਦੇ ਹੈਗੇ। ਠੀਕ ਹੈ, ਤਾਂ ਉਹਨਾਂ ਨੂੰ ਥੋੜਾ ਜਿਹਾ ਆਪਾਂ ਕਹਿੰਦੇ ਆ ਨਾ ਈਜ਼ੀ ਕਰਨ ਦੇ ਲਈ ਬਿਟ ਥੋੜਾ ਜਿਹਾ ਸੈਸ਼ਨ ਲੈ ਰਹੇ ਹਾਂ। ਤਾਂ 30 ਦਿਨ 0 ਦਿਨ ਨਹੀਂ ਹੈਗੇ। ਜਿਨ੍ਹਾਂ ਨੇ ਬਹੁਤ ਅੱਗੇ ਸੀਰੀਅਸਲੀ ਤਿਆਰੀ ਨਹੀਂ ਸ਼ੁਰੂ ਕੀਤੀ ਉਹ ਘਬਰਾਉਣਾ ਸ਼ੁਰੂ ਕਰ ਜਾਂਦੇ ਆ, ਜਾਂ ਕੋਈ ਕੰਮ ਕਰਦੇ ਆ, ਜੌਬ ਕਰਦੇ ਆ ਨਾਲ। ਠੀਕ ਹੈ, ਵਰਕਿੰਗ ਪ੍ਰੋਫੈਸ਼ਨਲਸ ਹੁੰਦੇ ਆ, ਉਹਨਾਂ ਨੂੰ ਥੋੜਾ ਮੈਨੇਜ ਕਰਨਾ ਔਖਾ ਹੋ ਜਾਂਦਾ ਹੈ। ਤਾਂ 0 ਡੇਜ਼ ਨਹੀਂ ਹੈਗੇ, 30 ਡੇਜ਼ ਬਹੁਤ ਮਤਲਬ ਬਹੁਤ ਦਿਨ ਹੈਗੇ ਆ। ਇਹਨੂੰ ਰਾਈਟ ਤਰੀਕੇ ਦੇ ਨਾਲ ਜੇ ਆਪਾਂ ਆਪਣੀ ਸਟ੍ਰੈਟਜੀ ਬਣਾਉਂਦੇ ਹੈ, ਕੀ ਏਰੀਆਜ਼ ਨੂੰ ਅਸੀਂ ਹਿੱਟ ਕਰਦੇ ਹਾਂ, ਤਾਂ ਆਰਾਮ ਨਾਲ ਅਸੀਂ ਜਿਹੜਾ ਪੇਪਰ ਆ ਉਹ ਕਰੈਕ ਕਰ ਸਕਦੇ ਹਾਂ। ਇਹਨੂੰ ਕਹਿੰਦੇ ਆ ਸਮਾਰਟ ਸਟੱਡੀ ਦਾ ਜ਼ਮਾਨਾ ਅੱਜ ਕੱਲ੍ਹ, ਹੈ ਨਾ। ਤਾਂ ਉਹ ਬਹੁਤ ਜ਼ਰੂਰੀ ਹੈ।
ਤੇ ਉਹਦੇ ਲਈ ਸਾਨੂੰ ਸਭ ਤੋਂ ਪਹਿਲਾਂ ਪ੍ਰਾਇੋਰਟਾਈਜ਼ ਕਰਨਾ ਚਾਹੀਦਾ ਕੋਰ ਸਬਜੈਕਟ ਸਾਨੂੰ ਉਹੀ ਪੋਲਿਟੀ ਹੋ ਗਿਆ, ਸਾਡਾ ਹਿਸਟਰੀ ਹੋ ਗਿਆ, ਇਕੋਨਮੀ, ਜੋਗ੍ਰਾਫੀ, ਸਾਇੰਸ ਹੋ ਗਿਆ ਐਂਡ ਆਪਣਾ ਹੋ ਗਿਆ ਇਨਵਾਇਰਨਮੈਂਟ ਜੇ ਆਪਾਂ ਗੱਲ ਕਰਦੇ ਹਾਂ, ਪਲੱਸ ਹੋ ਗਏ ਸਾਡੇ ਕਰੰਟ ਅਫੇਅਰਸ। ਠੀਕ ਹੈ, ਤਾਂ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਹੈ ਪੋਲਿਟੀ। ਆਫ ਕੋਰਸ ਇਹਦੀ ਕਾਸਟ ਬੈਨੀਫਿਟ ਐਨਾਲਿਸਿਸ ਦੀ ਗੱਲ ਕਰਦੇ ਹਾਂ ਤਾਂ ਪੋਲਿਟੀ ਦੇ ਵਿੱਚੋਂ ਸਾਡੀ ਜਿਹੜੀ ਐਕਿਊਰੇਸੀ ਆ ਉਹ ਬਹੁਤ ਅੱਛੀ ਹੋਣੀ ਚਾਹੀਦੀ ਹੈ, ਤਾਂ ਪੋਲਿਟੀ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਪ੍ਰਪੇਅਰ ਕਰਨੀ ਹੈ। ਹਿਸਟਰੀ ਦੀ ਜੇ ਮੈਂ ਗੱਲ ਕਰਾਂ, ਕਾਸਟ ਬੈਨੀਫਿਟ ਐਨਾਲਿਸਿਸ ਤੇ ਜਿਹੜੇ ਪ੍ਰੀਵੀਅਸ ਈਅਰ ਕੁਐਸਚਨਸ ਹੁੰਦੇ ਆ ਆਪਣੇ UPSC PCS ਦੀ ਆਪਾਂ ਗੱਲ ਕਰੀਏ ਤਾਂ ਉਹਦੇ ਤੋਂ ਪਤਾ ਲੱਗਦਾ ਹੈ ਕਿ ਪਹਿਲਾਂ ਮਾਡਰਨ ਤੇ ਜ਼ਿਆਦਾ ਐਮਫੇਸਾਈਜ਼ ਕਰਦੇ ਸੀ, ਹੁਣ ਐਂਸ਼ੀਐਂਟ, ਮੈਡਾਈਵਲ, ਮਾਡਰਨ ਆਪਾਂ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਤਾਂ ਵਰਲਡ ਹਿਸਟਰੀ ਵੀ ਆਉਂਦੀ ਹੈਗੀ ਆ, ਆਰਟ ਐਂਡ ਕਲਚਰ ਹੋ ਗਿਆ। ਤਾਂ ਹੁਣ ਆਪਾਂ ਇਹ ਤਾਂ ਹੈ ਨਹੀਂ ਕਿ ਅਸੀਂ ਐਂਸ਼ੀਐਂਟ, ਮੈਡਾਈਵਲ, ਆਰਟ ਐਂਡ ਕਲਚਰ, ਵਰਲਡ ਹਿਸਟਰੀ ਤੇ ਮੱਥਾ ਮਾਰਦੇ ਰਹੀਏ, ਤਾਂ ਜ਼ਰੂਰੀ ਨਹੀਂ ਜਿਹੜੇ ਤੁਸੀਂ ਪੜੋਗੇ ਉਹੀ ਕੁਐਸਚਨ ਆਣਗੇ, ਕਿਉਂਕਿ ਹਿਸਟਰੀ ਇੱਕ ਇੱਦਾਂ ਦਾ ਥੋੜਾ ਜਿਹਾ ਬਹੁਤ ਹੀ ਵਾਸਟ ਸਬਜੈਕਟ ਹੈ। ਇਸ ਕਰਕੇ ਤੁਸੀਂ ਇਹ ਵੀ ਜ਼ਰੂਰ ਧਿਆਨ ਰੱਖਣਾ ਹੈ ਪ੍ਰਾਇੋਰਟਾਈਜ਼ਡ ਏਰੀਆ ਕਿ ਕਿੱਥੋਂ ਸਾਡੀ ਆਊਟਪੁੱਟ ਜ਼ਿਆਦਾ ਆਏਗੀ ਤੇ ਇਨਪੁੱਟ ਘੱਟ ਦੇਣੀ ਪਏਗੀ, ਹੈ ਨਾ। ਤਾਂ ਉਹਨੂੰ ਵੀ ਤੁਸੀਂ ਦੇਖਣਾ, ਮਾਡਰਨ ਹਿਸਟਰੀ ਪੜ੍ਹ ਲਓ, ਐਂਸ਼ੀਐਂਟ, ਮੈਡਾਈਵਲ ਦੇ ਜਿਹੜੇ ਇੰਪੋਰਟੈਂਟ ਕੀ ਏਰੀਆਜ਼ ਹੈਗੇ ਆ, ਇੰਡਸ ਵੈਲੀ ਸਿਵਲਾਈਜੇਸ਼ਨ ਹੋ ਗਿਆ ਜਿਵੇਂ ਮੈਂ ਐਂਸ਼ੀਐਂਟ ਦੀ ਗੱਲ ਕਰਾਂ, ਤੇ ਉਹ ਬੁੱਧਿਜ਼ਮ ਹੋ ਗਿਆ, ਜਿਹੜੇ ਸਾਨੂੰ ਪਤਾ ਹੈਗਾ ਜਿਹੜੇ ਜ਼ਰੂਰੀ ਆ ਸਾਡੇ ਦੇ ਲਈ, ਵੈਦਿਕ ਪੀਰੀਅਡ ਹੋ ਗਿਆ, ਉਹਨਾਂ 'ਚੋਂ ਕੁਐਸਚਨ ਆਣੇ ਉਹ ਤੁਸੀਂ ਪੜ੍ਹ ਜਾਓ ਇੱਕ ਵਾਰੀ, ਜਿਹੜੀਆਂ ਕੀ ਥੀਮਸ ਨੇ ਪ੍ਰੀਵੀਅਸ ਈਅਰ ਕੁਐਸਚਨਸ ਦੀ ਮੈਂ ਗੱਲ ਕਰਦੀ ਹਾਂ, है ना। जिससे मेडाइवल हो गया, सल्तनत पीरियड, मुगल पीरियड, इन्होंने क्वेश्चन आते हो तुम छड़ के ना जाओ, एक बार रिवाइज कर लो, लेकिन ज़्यादा टाइम इन्होंने डिवोट नहीं करना हैगा। ठीक है, उस तो बाद जो मैं गल करती इकोनॉमी की, पिछली बार जो मैं PCS के प्रीवियस ईयर क्वेश्चन की गल करती हाँ पिछले 4 सालों की, तो इकोनॉमी के भी अच्छे खासे क्वेश्चन आते हैं। एक बार 15 क्वेश्चन आए थे, फिर घट गए, हुण फिर ज़्यादा इसकी वेटेज हो गई है। तो इकोनॉमी भी एक टैक्नीकल सबजैक्ट है, इन्हों भी अंडरस्टैंड करके जाओ। जोग्राफी जो घट आते हैं, करंट रिलेटेड क्वेश्चन आए, इस करके इहदा भी तुसी प्रीवियस ईयर क्वेश्चन साडा रोड मैप है, साडा गाइड है, साडा माई बाप है, साडू उसकी पूजा करनी चाहिए है, होनू तां असी कदे भी नहीं भुला सकते, है ना। उही एक एरिया जिथों असी जान सकते हैं कि जिहड़ा PPSC की सोचदा है एग्जाम के बारे, उहदी डिमांड की है ना, तो वो बहुत जरूरी है। क्योंकि अजकल मॉक टेस्ट हो जाती है हर जगह, मॉक टेस्ट जरूरी होंदे आ, पर प्रीवियस ईयर क्वेश्चन नूं आपां छड्ड के नहीं जा सकते। जे दोनों विचों असीं चूज करना तो पहला प्रीवियस ईयर क्वेश्चनस नूं देखो, उस तो बाद मॉक टेस्ट है, दोनों की अपनी अपनी रेलेवेंस रह जाती है। ठीक है, उस तो बाद जो साइंस की गल करदी है तो साइंस एंड टैक्नोलॉजी के क्वेश्चन होंदे आ जिहड़े वो ज़्यादा इंपॉर्टेंट है, क्योंकि पहला साइंस बेसिक आती सी 2013 ते 2015 की जिहड़ा पेपर है PCS का, उस तो बाद जिहड़ी साइंस इज टैक्नोलॉजी जिहड़ा करंट रिलेटेड है उसकी वेटेज वधनी शुरू हो गई है। ठीक है, उस तो बाद जो मैं इन्वायरमेंट की गल करदी, इन्वायरमेंट के क्वेश्चन PCS विच घट आते हैं, तो UPSC विच ज़्यादा पूछा जाता, क्योंकि इंडियन जिहड़ियां फॉरेस्ट सर्विसिज का एग्जाम नाल इहदा इकट्ठा होंदा है, इस करके। ते करंट अफेयर तो बहुत ज़्यादा इंपॉर्टेंट है। पिछली बार जो मैं गल करा 40 क्वेश्चन करंट अफेयर के सीगे, इनडायरैक्टली और डायरैक्टली जो मैं गल करती हाँ, तो बहुत बहुत इंपॉर्टेंट है। तो यदा तुसी टेंशन बिल्कुल टेंशन फ्री हो जाओ, आप बहुत अच्छे तरीके नाल करंट अफेयर करन वाले है। 10 क्लासां लऊँगी मैं, 10 महीनों के करंट अफेयर उन्होंने टॉप MCQ तुहानूं कराउण वाली हाँ मैं, इस करके निश्चिंत हो जाओ ये बारे तुसी। ठीक है, उस तो बाद पंजाब स्पैसिफिक पंजाब GK जिन्हें हले तक पढ़ी नहीं, यार मैं तो पंजाब GK बारे कुछ भी नहीं पढ़िया, तो वो तुसी पंजाब GK के जो प्रीवियस ईयर क्वेश्चन एटलीस्ट वो कर जो, उन्होंने 2011 का जो सेंसस आ बार बार रिपीट होया, वो लिटरेचर के क्वेश्चन वो एक थीम है, वो वाली थीम रिपीट हुई है, 2011 वाली थीम रिपीट हुई है सेंसिस वाली। जो मैं हिस्टरी की गल करा तो वो छोटा कल्लूकारा, वड्डा कल्लूकारा, मिसल्स के क्वेश्चन है जी थीम्स रिपीट होंदियां, तो उन्होंने करके जाओ। पोलीटिकल थ्योरीज हो गई, NCERT विचों भी पढ़ सकते हो, तो प्रीवियस ईयर क्वेश्चन ये भी बहुत ज़्यादा इंपॉर्टेंट है। ठीक है, तो वर्ल्ड हिस्ट्री ये आप ज़्यादा मत्था नहीं मारना है। जो मैं एक गल करा ट्रिक जो हले तक नहीं पढ़ी हैगी, वर्ल्ड हिस्ट्री 3-4 क्वेश्चन आते हैं, 8 नंबर का क्वेश्चन छड़ के नहीं जा सकते, तो पढ़ लो। लूसेंट की बुक चो भी तुम पढ़ सकते हो, वो जोड़े उन्होंने कॉलम्स बना के दिते वो भी तुम रीड कर सकते हो। ठीक है, बाकी ये छड़ के कुछ नहीं जाना, पढ़ के जरूर जाना तुसी। ठीक है, हाँ जी, प्रीवियस ईयर क्वेश्चन भी करने हुण जो CSET की जो मैं गल करती है तो क्वालीफाइंग ये एग्जाम, बट स्टिल तुसी इहदे विचों करैक्ट तो करने हैगे क्वेश्चनस। ठीक है, क्वेश्चन तुसी इहदे विचों करैक्ट करने हैगे आ, तो वो तुसी किद्दां करोगे। ठीक है, उहदे लई भी तुहानूं प्रैक्टिस करनी पैनी है, जिहड़ा क्वांट हैगा वो भी तुहानूं प्रैक्टिस करना पैना, जैसे डेटा इंटरप्रिटेशन हैगा, परसेंटेज हैगी आ, वो बहुत बहुत ज़्यादा तुसी छड्ड के नहीं जा सकते। जिवें कि आपां UPSC च तां हुंदा हैगा कि उस तां कॉम्प्रीहेंशनस आ जाते हैं। जे मैं गल करां तां जे मैं अपनी भी गल करां UPSC विच मैं कल्ली कॉम्प्रीहेंशनस करके चली जाती सी, रीजनिंग करके चली जाती सी, क्वांट छड्ड दिंदी सी, तां क्वालीफाई हो जांदा सी, क्योंकि 33% नंबर तुसी लैणे आ। इहदे विच इंग्लिश ज़्यादा
नहीं आती हैगी है ना, ਇਹਦੇ ਵਿੱਚ ਕੌਣ ਜ਼ਿਆਦਾ ਆਉਂਦਾ ਹੈਗਾ, ਪਰ ਇਸ ਵਾਰ ਸਾਨੂੰ ਪਤਾ ਨਹੀਂ ਕੁਆਲੀਫਾਈਂਗ ਹੋਣ ਤੋਂ ਬਾਅਦ ਇਹ ਕਿਹੜਾ ਪੋਰਸ਼ਨ ਜ਼ਿਆਦਾ ਪਾਉਣ ਵਾਲੇ ਆ, ਲੇਕਿਨ DI ਦੇ ਕੁਐਸਚਨ ਕਾਫੀ ਜ਼ਿਆਦਾ ਸੀ, ਕੁਆਂਟ ਲੈਵਲ ਵੀ ਕਾਫੀ ਅੱਛਾ ਸੀ, ਤਾਂ ਤੁਸੀਂ ਉਹ ਕਰਕੇ ਜਾਣਾ, ਪਰ ਡਰਨਾ ਨਹੀਂ ਹੈ ਕਿਉਂਕਿ ਅਸੀਂ ਕੁਆਲੀਫਾਈਂਗ ਨੰਬਰ ਲੈਣੇ ਆ, ਪਰਸੈਂਟੇਜ ਦੇ ਜਿਵੇਂ ਕੁਐਸਚਨ ਆ DI 'ਚ ਵੀ ਹੈਗੇ ਆ, ਐਵਰੇਜ ਤੁਸੀਂ ਅੱਛੇ ਤਰੀਕੇ ਦੇ ਨਾਲ ਕਰਕੇ ਜਾਣੀ ਆ, ਪ੍ਰੋਫਿਟ ਲਾਸ ਹੋ ਗਿਆ ਤੁਸੀਂ ਅੱਛੇ ਤਰੀਕੇ ਨਾਲ ਕਰ ਜਾਣਾ, ਏਜ ਵਾਲੇ ਕੁਐਸਚਨਸ ਹੈਗੇ ਤੁਸੀਂ ਅੱਛੇ ਤਰੀਕੇ ਨਾਲ ਕਰ ਜਾਣੇ ਆ, ਤਾਂ ਕੁਝ ਛੱਡਣਾ ਨਹੀਂ ਹੈਗਾ, ਉਹ ਵੀ ਸਟ੍ਰੈਟਜੀ ਨਾਲ ਪਲਾਨ ਕਰਨਾ, ਇਹ ਨਹੀਂ ਸਾਰਾ ਮੈਥਸ ਕਰਨ ਬੈਠ ਜਾਓ, ਇੱਦਾਂ ਦੀ ਗੱਲ ਨਹੀਂ ਹੈਗੀ, ਕਿਉਂਕਿ ਰੀਜ਼ਨਿੰਗ ਵੀ ਆਉਂਦੀ ਹੈਗੀ ਆ ਤਾਂ ਉਹ ਵੀ ਤੁਸੀਂ ਪ੍ਰੈਕਟਿਸ ਕਰ ਲਓ, ਤਾਂ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈਗੀ, ਤਾਂ ਇਸ ਕਰਕੇ CSET ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ, ਕਈ ਵਾਰ CSET ਕੁਆਲੀਫਾਈ ਨਾ ਹੋਏ ਤੇ ਸਾਡਾ GS ਅਸੀਂ ਪੜ੍ਹਦੇ ਰਹਿ ਜਾਈਏ, ਇਹ ਗੱਲ ਵੀ ਨਹੀਂ ਅਸੀਂ ਕਰਨੀ ਹੈਗੀ, ਠੀਕ ਹੈ। ਉਸ ਤੋਂ ਬਾਅਦ ਜੇ ਮੈਂ ਟੈਸਟ ਸੀਰੀਜ਼ ਦੀ ਗੱਲ ਕਰਾਂ, ਕਈਆਂ ਨੂੰ ਲੱਗਦਾ ਮਾਰਕੀਟ ਦੇ ਵਿੱਚ 35 ਟੈਸਟ ਸੀਰੀਜ਼, 25 ਟੈਸਟ ਸੀਰੀਜ਼, 40 ਟੈਸਟ ਸੀਰੀਜ਼, ਯਾਰ ਲਗਾ ਲਓ, ਐਦਾਂ ਨਹੀਂ ਹੈਗਾ। ਨੰਬਰ ਆਫ ਟੈਸਟ, ਇਹ ਦੇਖੋ ਸਟ੍ਰੈਟਜੀ ਇੱਕ ਸਟ੍ਰੈਟਜੀ ਨਹੀਂ ਹੁੰਦੀ, ਕਈਆਂ ਨੂੰ ਲੱਗਦਾ ਨੰਬਰ ਆਫ ਟੈਸਟ ਮੈਟਰ ਕਰਦੇ ਆ, ਪਰ ਮੇਰੇ ਅਕੋਰਡਿੰਗਲੀ ਦਿਸ ਇਜ਼ ਮਾਈ ਓਨ ਸਟ੍ਰੈਟਜੀ ਕਿ ਬਈ ਨੰਬਰ ਆਫ ਟੈਸਟ ਮੈਟਰ ਨਹੀਂ ਕਰਦੇ ਹੈਗੇ, ਤੁਸੀਂ ਉਹਨੂੰ ਕਿਸ ਤਰੀਕੇ ਦੇ ਨਾਲ ਐਨਾਲਾਈਜ਼ ਕਰ ਰਹੇ ਹੋ ਉਹ ਮੈਟਰ ਕਰਦਾ, ਤੇ ਕਾਹਤੋਂ ਕਰ ਰਹੇ ਹੋ ਉਹ ਮੈਟਰ ਕਰਦਾ। ਤਾਂ 10 ਜੇ ਪੇਪਰ ਹੈਗਾ ਟਾਈਮ ਦੇ ਅਕੋਰਡਿੰਗਲੀ, ਦੇਖੋ ਜੇ ਟਾਈਮ ਹੁੰਦਾ ਤਾਂ ਤੁਸੀਂ ਜ਼ਿਆਦਾ ਵੀ ਕਰ ਲੈਂਦੇ, ਪਰ ਜੇ ਹੁਣ ਟਾਈਮ ਨਹੀਂ ਹੈ ਸਾਡੇ ਕੋਲ ਤਾਂ ਅਸੀਂ ਨਹੀਂ ਕੀਤੇ, ਤਾਂ ਜ਼ਰੂਰੀ ਨੇ ਅਸੀਂ ਸਾਰੇ ਕਰਨੇ ਆ, ਕਿਉਂਕਿ ਅਸੀਂ ਰਿਵਾਈਜ਼ ਵੀ ਤਾਂ ਕਰਨਾ ਨਾ, ਜਿਹੜਾ ਟੈਸਟ ਪ੍ਰੈਕਟਿਸ ਕਰਾਂਗੇ ਇਸਦਾ ਫਾਇਦਾ ਕੀ ਜੇ ਅਸੀਂ ਰਿਵਾਈਜ਼ ਨਹੀਂ ਕੀਤਾ ਤਾਂ, ਠੀਕ ਹੈ। ਤਾਂ 10 ਟੈਸਟ ਆ ਘੱਟੋ ਘੱਟ, ਕਈਆਂ ਨੇ ਉਹਨੂੰ ਆਪਣੇ ਆਪ ਨੂੰ ਐਨਾਲਾਈਜ਼ ਕਰਨ ਲਈ ਯੂਜ਼ ਕਰਨਾ, ਉਹ ਪੜ੍ਹ ਚੁੱਕੇ ਆ, ਪਰ ਹੁਣ ਹੋਰ ਨਹੀਂ ਪੜ੍ਹ ਸਕਦੇ, ਬਈ ਟੈਸਟ ਹੀ ਦੇ ਲਓ, ਉਹਨਾਂ ਦਾ ਮੋਟਿਵ ਹੁੰਦਾ ਟੈਸਟ ਦੇਣ ਦਾ। ਕਈਆਂ ਦਾ ਮੋਟਿਵ ਹੁੰਦਾ ਹੈ ਕਿ ਯਾਰ ਅਸੀਂ ਕੀ ਕਰਨਾ, ਇਨਫੋਰਮੇਸ਼ਨ ਦੇ ਲਈ ਲੈਣਾ ਹੈ, ਕਿ ਅਸੀਂ ਬੁੱਕ ਹੈ ਜਿਹੜੀ ਨਹੀਂ ਸਾਨੂੰ ਉਹਦਾ ਯਾਦ ਹੁੰਦਾ, ਸਾਨੂੰ ਟੈਸਟ ਦੇ ਥਰੂ ਸਾਨੂੰ ਜਿਹੜਾ ਪ੍ਰੀਲਿਮਸ ਦਾ ਜਿਹੜਾ ਚੀਜ਼ ਹੈ ਸਾਨੂੰ ਯਾਦ ਹੋ ਜਾਏਗੀ, ਤਾਂ ਉਹਨਾਂ ਦਾ ਉਹ ਮੋਟਿਵ ਹੁੰਦਾ। ਕਈਆਂ ਨੂੰ ਟੈਸਟ ਤੋਂ ਇਹ ਪਤਾ ਲੱਗਦਾ ਮੇਰੇ ਜਿਹੜੀ ਫੈਕਚੁਅਲ ਨੌਲੇਜ ਆ ਉਹਦੀ ਕਮੀ ਹੈ, ਕਿ ਕਨਸੈਪਚੁਅਲ ਕਲੈਰਿਟੀ ਅੰਡਰਸਟੈਂਡਿੰਗ ਦੀ ਕਮੀ ਆ, ਤਾਂ ਅਲੱਗ ਮੋਟਿਵ ਹੁੰਦੇ ਆ, ਹੈ ਨਾ, ਹਰ ਇੱਕ ਬੰਦੇ ਦੇ। ਤੇ ਜਿਹੜਾ CSET ਆ ਉਹ ਤੁਸੀਂ ਨੀਡ ਬੇਸਿਸ ਤੇ, ਇਸ ਕਰਕੇ ਨੀਡ ਬੇਸਿਸ ਤੇ ਤੁਸੀਂ ਕਰਨਾ, ਲੇਕਿਨ ਹੁਣ ਤਾਂ ਨੀਡ ਕੀ ਟਾਈਮ ਹੀ ਬਹੁਤ ਘੱਟ ਰਹਿ ਗਿਆ, ਤਾਂ ਇਸ ਕਰਕੇ ਇਹਦੇ ਪਿੱਛੇ ਨਾ ਜਾਓ ਕਿ ਲੋਕਾਂ ਨੇ 40 ਸੋਲਵ ਕਰ ਲਓ, ਫਰਕ ਨਹੀਂ ਪੈਂਦਾ ਹੈਗਾ, ਠੀਕ ਹੈ। ਹਾਂਜੀ, ਦੂਜੀ ਗੱਲ ਹੈਗੀ ਆ ਟੈਸਟ ਰਿਵਿਊ ਕਰਨਾ ਜ਼ਿਆਦਾ ਜ਼ਰੂਰੀ ਆ, ਉਹੀ ਹੈ ਮੈਂ ਕਿ ਤੁਸੀਂ ਰੀਕਾਲ ਨਹੀਂ ਕਰ ਪਾ ਰਹੇ, ਕਨਸੈਪਚੁਅਲ ਕਲੈਰਿਟੀ ਜਾਂ ਫੈਕਚੁਅਲ ਕਲੈਰਿਟੀ ਵਾਲੀ ਗੱਲ ਆ ਜਾਂਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ PYQs ਤਾਂ ਬਹੁਤ ਜ਼ਰੂਰੀ ਹੈ, ਇਹ ਤਾਂ ਕਹਿੰਦੇ ਦੀ ਤਾਂ ਪੂਜਾ ਕਰਨੀ ਚਾਹੀਦੀ ਆ। UPSC PCS ਦਾ ਜਿਹੜਾ ਮਾਈਂਡ ਸੈਟ ਆ ਸਾਨੂੰ ਇਹਦੇ ਤੋਂ ਪਤਾ ਲੱਗਦਾ ਹੈ, ਜੇ ਮੈਂ ਅੱਜ ਤੁਹਾਡੇ ਨਾਲ ਗੱਲ ਕਰ ਪਾ ਰਹੀ ਹਾਂ ਤਾਂ ਮੈਨੂੰ ਕਿੱਥੋਂ ਪਤਾ ਲੱਗਿਆ, ਇਹਨਾਂ ਦੀ PYQ ਐਨਾਲਿਸਿਸ ਤੇ ਮੇਰਾ ਐਕਸਪੀਰੀਅੰਸ ਜਿਹੜਾ ਮੈਂ 2014 ਤੋਂ ਆਪਣੀ ਤਿਆਰੀ ਜਰਨੀ ਸੀ ਜਿਹੜੀ UPSC ਦੀ ਸਟਾਰਟ ਕੀਤੀ ਸੀਗੀ, ਹੈ ਨਾ, ਨਾਲ ਤਾਂ ਇਸੇ ਕਰਕੇ ਮੈਂ ਇਹ ਐਨਾਲਿਸਿਸ ਤੋਂ ਹੀ ਆਪਾਂ ਨੂੰ ਪਤਾ ਲੱਗਦਾ ਹੈਗਾ ਕਿ ਬਈ ਤੇ ਕਿ ਕੀ ਇੰਪੋਰਟੈਂਟ ਆ ਕੀ ਇੰਪੋਰਟੈਂਟ ਨਹੀਂ ਹੈ, ਕਿ UPSC PCS ਦੀ ਡਿਮਾਂਡ ਹੁੰਦੀ ਹੈ, ਤਾਂ ਉਹਦੇ ਪ੍ਰੀਵੀਅਸ ਈਅਰ ਕੁਐਸਚਨ ਸਾਡੇ PCS ਲਈ ਵੀ ਬਹੁਤ ਜ਼ਰੂਰੀ ਹੈ, ਕਿਉਂਕਿ 5 ਸਾਲਾਂ ਬਾਅਦ ਪੇਪਰ ਹੋ ਰਿਹਾ, ਤਾਂ ਜਿਹੜੇ ਵਿੱਚ ਈਅਰਸ ਵਿੱਚ UPSC ਨੇ ਕੰਡਕਟ ਕੀਤੇ ਆ ਪੇਪਰ 4-5 ਸਾਲਾਂ ਦੇ, ਉਹਨਾਂ 'ਚੋਂ PCS ਜ਼ਰੂਰ ਰਿਪੀਟ ਕਰਦਾ ਹੈ। ਥੀਮਸ ਜਦ ਡਾਇਰੈਕਟ ਕੁਐਸਚਨਸ ਵੀ ਪਾਏ ਹੁੰਦੇ ਆ, ਮੇਰਾ ਆਪਣਾ ਐਕਸਪੀਰੀਅੰਸ ਆ, ਤੁਸੀਂ ਖੁਦ ਵੀ ਦੇਖ ਸਕਦੇ ਹੋ, UPSC ਦੇ ਕੁਐਸਚਨਸ ਤੁਸੀਂ ਛੱਡ ਕੇ ਨਹੀਂ ਜਾਣੇ, PYQs ਆਰ ਵੈਰੀ ਇੰਪੋਰਟੈਂਟ, ਠੀਕ ਹੈ, ਤੇ ਦੋਨਾਂ ਦੇ ਇਹ ਤਾਂ ਆਪਾਂ ਕਰਕੇ ਜਾਣੇ ਆ। ਉਸ ਤੋਂ ਬਾਅਦ ਹੈਗਾ ਉਹਨਾਂ 'ਚੋਂ ਥੀਮਸ ਵੀ ਰਿਪੀਟ ਹੋ ਜਾਂਦੀਆਂ, ਜ਼ਰੂਰੀ ਨਹੀਂ ਕੁਐਸਚਨਸ UPSC ਤਾਂ ਕੁਐਸਚਨ ਹੀ ਐਸੇ 'ਚ ਰਿਪੀਟ ਹੁੰਦੇ ਆ, PCS ਦੇ ਵੀ ਹੋ ਜਾਂਦੇ ਇੱਕ ਅੱਧਾ, ਲੇਕਿਨ ਥੀਮਸ ਰਿਪੀਟ ਹੋ ਜਾਂਦੀਆਂ ਨੇ, ਇਸ ਕਰਕੇ ਉਹ ਬਹੁਤ ਇੰਪੋਰਟੈਂਟ ਆ, ਠੀਕ ਹੈ। ਉਸ ਤੋਂ ਬਾਅਦ ਸਕਸੈਸ ਮੰਤਰਾ ਉਹੀ ਰਿਵੀਜ਼ਨ ਹੈ, ਜੋ ਤੁਸੀਂ ਹੁਣ ਤੱਕ ਪੜ੍ਹਿਆ ਹੈ, ਠੀਕ ਹੈ, ਉਹਨੂੰ ਰਿਵਾਈਜ਼ ਕਰੋ, ਠੀਕ ਹੈ। ਜੇ ਮੌਕ ਟੈਸਟ ਵੀ ਕਰਨੇ ਆ ਉਹਨੇ ਦਿਓ, ਆਪਣੀ ਸਟ੍ਰੈਟਜੀ ਪਲਾਨ ਕਰੋ ਜਿਹਨੂੰ ਤੁਸੀਂ ਰਿਵਾਈਜ਼ ਕਰ ਸਕਦੇ ਹੋ। ਤੇ ਜਿਹੜੇ ਕਰੰਟ ਅਫੇਅਰ ਮੈਂ ਲੈ ਕੇ ਆਵਾਂਗੀ ਬਹੁਤ ਹੀ ਕਹਿੰਦੇ ਨਾ ਕੰਟੈਂਟ ਹੈ ਤੁਹਾਨੂੰ ਟੂ ਦਾ ਪੁਆਇੰਟ ਮਿਲਣ ਵਾਲਾ, PCS ਦੇ ਨਾਲ ਰੈਲੇਵੈਂਟ, ਕਿਉਂਕਿ ਮੈਂ ਸਾਰਾ ਸਾਲ ਅਖਬਾਰ ਪੜ੍ਹਿਆ, ਮੈਨੂੰ ਪਤਾ ਹੈ ਕਿ ਇੰਪੋਰਟੈਂਟ ਆਪਾਂ ਇਰਰੈਲੇਵੈਂਟ ਚੀਜ਼ਾਂ ਨਹੀਂ ਪੜਾਂਗੇ, ਠੀਕ ਹੈ। ਤਾਂ ਉਹਦੀ ਤੁਸੀਂ ਪਰ ਰਿਵੀਜ਼ਨ ਬਹੁਤ ਜ਼ਰੂਰੀ ਹੈ, ਜੋ ਵੀ ਆਪਾਂ ਪੜਾਂਗੇ ਉਹਦੀ ਰਿਵੀਜ਼ਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਰਿਵੀਜ਼ਨ ਤੋਂ ਬਿਨਾਂ ਤਾਂ ਫਿਰ ਤੁਸੀਂ ਜਿੰਨਾ ਮਰਜ਼ੀ ਪੜ੍ਹ ਲਓ ਉਹਦਾ ਕੋਈ ਵੀ ਫਾਇਦਾ ਨਹੀਂ ਹੋਣ ਵਾਲਾ ਹੈਗਾ, ਕਿਉਂਕਿ 30 ਦਿਨਾਂ ਦੇ ਵਿੱਚ ਜੇ ਹੁਣ ਮੈਂ ਗੱਲ ਕਰਦੀ ਹਾਂ ਟਾਈਮ ਦੀ, ਤਾਂ ਨਵੰਬਰ ਦੇ ਵਿੱਚ ਅੱਜ 7 ਨਵੰਬਰ ਹੋ ਗਈ ਹੈ, ਠੀਕ ਹੈ, ਤਾਂ ਆਪਣਾ ਟਾਈਮ ਪੀਰੀਅਡ ਹੈਗਾ ਨਵੰਬਰ ਦਾ, ਐਨੇ ਦਿਨ ਰਹਿ ਚੁੱਕੇ ਆ, ਹੈ ਨਾ। ਤਾਂ ਇਹਦੇ ਵਿੱਚ ਤੁਸੀਂ ਇੱਕ ਵਾਰੀ ਆਪਣੇ ਮੌਕ ਟੈਸਟ ਹੋ ਗਿਆ, CSET ਹੋ ਗਿਆ, ਕਰੰਟ ਅਫੇਅਰਸ ਹੋ ਗਿਆ, ਸਾਰਾ ਕੁਝ ਡਨ ਕਰ ਦੇਣਾ। ਉਸ ਤੋਂ ਬਾਅਦ ਜਿਹੜੇ ਸਾਡੇ ਨੈਕਸਟ ਦਿਨ ਰਹਿੰਦੇ ਆ, ਆਹ ਵਾਲੇ ਦਸੰਬਰ ਦੇ, ਸਾਡਾ 7 ਦਸੰਬਰ ਨੂੰ ਐਗਜ਼ਾਮ ਹੈ, ਤਾਂ ਆਹ ਵਾਲੇ ਦਿਨਾਂ ਦੇ ਵਿੱਚ ਆਪਣੇ ਉਹ ਵਾਲੇ ਏਰੀਏਜ਼ ਨੂੰ ਰਿਵਾਈਜ਼ ਵੀ ਕਰਨਾ, ਸ਼ਾਰਟ ਟਾਈਮ ਰਿਵੀਜ਼ਨ ਵੀ ਕਰਨੀ ਆਪਣੀ ਸਾਰੀਆਂ ਚੀਜ਼ਾਂ ਦੀ, ਜੋ ਵੀ ਤੁਸੀਂ ਪੜ੍ਹ ਲਿਆ, ਕੋਈ ਐਕਸਟਰਾ ਇਨਫੋਰਮੇਸ਼ਨ ਨਹੀਂ ਹੈਗੀ, ਬਸ ਉਹਨੂੰ ਰਿਵਾਈਜ਼ ਕਰਨਾ ਹੈ। ਤੇ ਜਿਹੜੇ ਏਰੀਆ ਤੁਹਾਨੂੰ ਭੁੱਲਦੇ ਆ, ਤੁਹਾਨੂੰ ਯਾਦ ਨਹੀਂ ਰਹਿੰਦੇ, ਇੱਕ ਚੀਜ਼ ਜਿਹੜੀ ਯਾਦ ਹੋ ਜਾਂਦੀ ਉਹ ਤਾਂ ਹੋ ਗਈ, ਪੋਲਿਟੀ ਯਾਦ ਹੋ ਗਈ, ਉਹ ਹੋ ਗਈ ਹੈ ਨਾ। ਜਿਵੇਂ ਹਿਸਟਰੀ ਦੇ ਅਸੀਂ ਕੁਝ ਫੈਕਟਸ ਭੁੱਲ ਜਾਂਦੇ ਹਾਂ, ਉਹਨੂੰ ਦੁਬਾਰਾ ਰਿਵਾਈਜ਼ ਕਰ ਲਓ, ਜਾਂ ਇੱਕ ਕੁਝ ਹੋਰ ਅਸੀਂ ਸਕੀਮਸ ਦੇ ਜਾਂ ਕਰੰਟ ਅਫੇਅਰ ਨਾਲ ਰਿਲੇਟਡ ਭੁੱਲ ਜਾਂਦੇ ਹਾਂ, ਉਹਨੂੰ ਯਾਦ ਕਰ ਲਓ। ਤਾਂ ਇਸ ਤਰੀਕੇ ਨਾਲ ਆਪਣੀ ਪਲੈਨਿੰਗ ਹੈ ਜਿਹੜੀ ਤੁਸੀਂ ਕਰਨੀ ਹੈ, ਠੀਕ ਹੈ।
ਤੇ ਜੇ ਮੈਂ ਗੱਲ ਕਰਾਂ ਹੁਣ 10 ਮੰਥਸ ਦੇ ਕਰੰਟ ਅਫੇਅਰ ਆਪਾਂ 10 ਕਲਾਸਾਂ ਦੇ ਵਿੱਚ 10 ਕਲਾਸਿਸ ਦੇ ਵਿੱਚ ਕਰਨ ਵਾਲੇ ਆ, ਕਿਉਂਕਿ ਪੀਸੀਐਸ ਦੀ ਨੋਟੀਫਿਕੇਸ਼ਨ ਜਨਵਰੀ 2025 ਚ ਆਈ ਸੀਗੀ। ਹੁਣ ਦੇਖੋ ਜੇ ਆਪਾਂ ਗੱਲ ਕਰੀਏ ਪੇਪਰ ਦਾ 5 ਸਾਲਾਂ ਬਾਅਦ ਹੋ ਰਿਹਾ ਤਾਂ ਸਾਨੂੰ 5 ਸਾਲਾਂ ਦਾ ਕਰੰਟ ਅਫੇਅਰ ਪਤਾ ਹੋਣਾ ਚਾਹੀਦਾ, ਪਰ ਇਹ ਕੋਈ ਤੁੱਕ ਨਹੀਂ ਬਣਦੀ ਹੈਗੀ, ਹੈ ਨਾ, ਕਿਉਂਕਿ ਜਦੋਂ ਨੋਟੀਫਿਕੇਸ਼ਨ ਆਈ ਹੈ ਜੇ ਆਪਾਂ ਉਦੋਂ ਤੋਂ ਲਈਏ ਤਾਂ ਜਨਵਰੀ ਤੋਂ ਲੈ ਕੇ ਅਕਤੂਬਰ ਤੱਕ ਦੇ ਜਿਹੜੇ ਕਰੰਟ ਅਫੇਅਰ ਹੈਗੇ ਉਹ ਆਪਾਂ ਕਵਰ ਕਰਾਂਗੇ 10 ਮਹੀਨਿਆਂ ਦੇ 10 ਕਲਾਸਿਸ ਦੇ ਵਿੱਚ, ਜਾਂ ਜਨਵਰੀ, ਫੈਬਰਵਰੀ, ਮਾਰਚ, ਅਪ੍ਰੈਲ, ਮਈ, ਜੂਨ ਇੱਦਾਂ ਆਪਣੀਆਂ ਕਲਾਸਿਸ ਰਹਿਣ ਵਾਲੀਆਂ ਨੇ, ਠੀਕ ਹੈ। ਤਾਂ ਇੰਪੋਰਟੈਂਟ MCQs ਦੀ ਫਾਰਮ ਦੇ ਵਿੱਚ ਮੈਂ ਲਵਾਂਗੀ, ਬਹੁਤ ਲੈਂਥੀ ਕਲਾਸਿਸ ਨਹੀਂ ਲੈਣੀਆਂ ਹੈਗੀਆਂ, ਆਪਾਂ ਬਹੁਤ ਇੰਪੋਰਟੈਂਟ ਕਰਾਂਗੇ, ਜਿਹਦੇ ਵਿੱਚ ਜਦੋਂ ਵੀ ਜਿਹੜੇ ਮਹੀਨੇ ਵਿੱਚ ਜੋ ਸਕੀਮ ਆਈ ਹੈ ਜਾਂ ਕੁਝ ਵੀ ਆਇਆ ਉਹ ਆਪਾਂ ਇਹਦੇ ਵਿੱਚ ਕਵਰ ਕਰਾਂਗੇ। ਤੇ ਐਂਡ ਦੇ ਵਿੱਚ ਜਿਹੜਾ ਇੱਕ ਸੈਸ਼ਨ ਹੋਊਗਾ ਉਹ ਪੰਜਾਬ ਨਾਲ ਰਿਲੇਟਡ ਜਿਹੜੇ ਕਰੰਟ ਅਫੇਅਰ ਹੋਣਗੇ, ਜਾਂ ਪੰਜਾਬ ਦਾ ਇਕਨੋਮਿਕ ਸਰਵੇ ਜਾਂ ਜਿਹੜਾ ਬਜਟ ਆ ਉਹਦੇ ਵਿੱਚੋਂ ਜਿਹੜੇ ਕਰੰਟ ਅਫੇਅਰ ਦੇ MCQs ਬਣਦੇ ਆ, ਮੈਂ ਉਹ ਵੀ ਸੈਸ਼ਨ ਲਵਾਂਗੀ ਇਹਦੇ ਐਂਡ ਦੇ ਵਿੱਚ, ਠੀਕ ਹੈ। ਤਾਂ ਇਹ ਚੀਜ਼ ਹੈਗੀ ਹੈ, ਪੰਜਾਬ ਰਿਲੇਟਡ ਕਰੰਟ ਅਫੇਅਰਸ ਹੋ ਗਿਆ। ਤੇ ਇਹ ਮੇਰੇ ਮੈਂ ਸਾਰਾ YouTube ਸੈਸ਼ਨ ਲਿਆ ਨਿਊਜ਼ਪੇਪਰ ਐਨਾਲਿਸਿਸ ਦੀਆਂ 197 ਕਲਾਸਿਸ, ਠੀਕ ਹੈ, ਜਨਵਰੀ ਤੋਂ ਲੈ ਕੇ ਨਿਊਜ਼ਪੇਪਰ ਪੜਾਇਆ ਮੈਂ, ਤਾਂ ਇਸ ਕਰਕੇ ਮੈਨੂੰ ਪਤਾ ਹੈ ਕਿਹੜੀ ਚੀਜ਼ ਇੰਪੋਰਟੈਂਟ ਹੈ ਤੇ ਕਿਹੜੀ ਚੀਜ਼ ਨਹੀਂ ਇੰਪੋਰਟੈਂਟ ਹੈ, ਕਿਉਂਕਿ ਸਾਰੇ ਸਾਲ ਦਾ ਨਿਚੋੜ ਪਤਾ, ਇਸ ਕਰਕੇ ਮੈਂ ਮੰਥਲੀ ਤੁਹਾਡੇ ਸੈਸ਼ਨਸ ਲਵਾਂਗੀ, ਠੀਕ ਹੈ। ਐਂਡ ਆਫ ਕੋਰਸ ਹੁਣ ਥੋੜਾ ਜਿਹਾ ਆਪਾਂ ਸੀਰੀਅਸ ਹੋ ਜਾਈਏ ਤਾਂ ਉਹ ਫਾਇਦਾ ਹੋ ਜਾਂਦਾ, ਅਦਰਵਾਈਜ਼ ਕੈਂਡੀਡੇਟ ਖੁਦ ਵੀ ਸੈਲਫ ਸਟੱਡੀ ਕਰ ਲੈਂਦੇ, ਕਈ ਵਾਰ ਅਸੀਂ ਡਿਸਿਪਲਿਨ ਕ੍ਰੀਏਟ ਨਹੀਂ ਕਰ ਪਾਉਂਦੇ। ਤਾਂ ਆਫ ਕੋਰਸ ਜੋ ਮੈਂ ਪੜ੍ਹਿਆ ਤਾਂ ਉਹਦੇ ਲਈ ਹੀ ਆਪਾਂ, ਜੇ ਮੈਂ ਗੱਲ ਕਰਾਂ ਮੈਂ ਇਹ ਜਿਹੜਾ ਚੈਨਲ ਬਣਾਇਆ ਹੈ ਕਿਉਂ ਬਣਾਇਆ, ਇਹਦਾ ਪਰਪਸ ਕੀ ਹੈ, ਤਾਂ ਉਹੀ ਹੈ ਕਿ ਪਹਿਲਾਂ ਮੈਂ ਚੈਨਲ ਨਾਲ ਐਸੋਸੀਏਟਡ ਸੀਗੀ, ਤਾਂ ਹੁਣ ਮੇਰਾ ਖੁਦ ਦਾ ਵੀ ਐਗਜ਼ਾਮ ਹੈ, ਠੀਕ ਹੈ, ਤਾਂ ਮੈਂ ਵੀ ਤਿਆਰੀ ਕਰ ਰਹੀ ਹਾਂ। ਤਾਂ ਕਿਉਂਕਿ ਬੱਚਿਆਂ ਨੂੰ ਸਾਰਾ ਸਾਲ ਪੜਾਇਆ, ਉੱਥੋਂ ਮੈਂ ਲੀਵ ਕਰਤਾ, ਤਾਂ ਉੱਥੋਂ ਮੈਂ ਸਾਰਾ ਸਾਲ ਪੜਾਇਆ, ਕਰੰਟ ਪੜਾਇਆ, ਤਾਂ ਬੱਚਿਆਂ ਦੇ ਬਹੁਤ ਜ਼ਿਆਦਾ ਜਿਹੜੇ 1 ਈਅਰ ਦੇ ਕਰੰਟ ਅਫੇਅਰ ਦਾ ਇੱਕ ਕਹਿੰਦੇ ਨਾ ਰਿਸਪੌਂਸਿਬਿਲਿਟੀ, ਉਹ ਮੈਂ ਇੱਥੇ ਬੱਚਿਆਂ ਨੂੰ ਉਹ ਪ੍ਰੋਵਾਈਡ ਕਰਨਾ ਚਾਹੁੰਦੀ ਹਾਂ ਕਿ ਬਈ 1 ਸਾਲ ਦਾ ਜਿਹੜਾ ਨਿਚੋੜ ਉਹਨਾਂ ਨੂੰ ਮਿਲ ਜਾਵੇ ਤਾਂ ਟੈਨਸ਼ਨ ਫਰੀ ਹੋ ਜਾਣ, ਠੀਕ ਹੈ। ਤੇ ਹੁਣ ਕਾਮ ਰਹੋ, पूरा कुछ भी डिले ना करो, ਹੁਣ ਤਾਂ 30 दिन रह गए, घबराना नहीं हैगा, शांत रहना, ईजी रहना, क्योंकि जो भी आप एफर्ट्स दिन प्रतिदिन पाने साड़ा कॉन्फिडेंस बढ़ता जाऊगा। बस एक शुरुआत करने की लोड़ होंदी है, शुरुआत कर ली, अपने आप को डिसिप्लिन रखना, इंजॉय करना स्टडी नू, ये नहीं कहना कि होएगा कि नहीं होएगा, यार जो भी पढ़ रहे हो ये नहीं तो UPSC च काम आ जाऊगा, UPSC च नहीं तो किसी होर एग्जाम दे विच काम आ जाऊगा, पर काम आएगा जरूर, मेहनत कदे भी व्यर्थ नहीं जाती हैगी, सानू भी पता, इस करके फोकस्ड रहना असी। तो बस मैं यही तुहाडे नाल शेयर करना सीगा कि अज तां ये मैं जिहड़ा सैशन है इनू ध्यान नाल देखियो, बाकी अपना अपना तुसी प्लान भी कर लिया होना किद्दां कुछ करना है, बाकी 30 दिन है, बहुत दिन है, बहुत अच्छे तरीके नाल यूटिलाइज करो, काम रहो, कंपोज्ड रहो, ईजी रहो, जो भी ऐदा अपने माइंड नू डिस्ट्रैक्ट ना करो की होना की नहीं होना। तो बहुत ही जल्दी तुहानू मंडे ऑनवर्ड जिहड़े मेरे सैशन है जिहड़े करंट अफेयर दे इसी चैनल के उपर तुहानू मिलणगे, तो वो मैं तुहानू जिहड़ा टाइम है उन्हां दा बहुत ही जल्दी मैं शॉर्ट अपलोड करूँगी, तो उहदे विच तुहानू दस दिता जाएगा किन्ने बजे मैं लाऊँगी। मंडे ऑनवर्ड्स अपने जिहड़े करंट अफेयर दे सैशन है वो स्टार्ट हो जाएंगे। थैंक यू सो मच।